रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन का बंदना सिर चरणन पर तार। एक अंकारा सतगुरु तिह प्रसाद सच होए। वाहिगुरु जी की फतेह विघ्न विनाशन सोए। देह शिवा बर मोहि है शुभ कर्मन ते कबहूँ न डरों। न डरों अर सो जब जाए लरों। निश्चय कर अपनी जीत करो। और सिख हाँ अपने ही मन को। इह लालच हाओ गुण ताओ उचरो। जब आव की औद निदान बन। अत ही रन मैं तब जूझ मरूं। गगन दमामा बाजियो परयो निशान काओ। खेत जो मांड्यो सूरमा अब जीव जन को दाओ। खेत जो मांड्यो सूरमा अब जीव जन को दाओ। सतनाम श्री वाहिगुरु साहिब जी जाओ पई। बख्शियो बल विशाल कलगी धर। वध गयो मन उत्साहु। कुंचन कोप पील का बल विशाल। जानत हुतो तुरत रण माहू। बख्शियो बल विशाल कलगी धर। वध गयो मन उत्साहु। पतित पावन भगत वत्सल करुणा निधान ज्योति स्वरूप। ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਰਚਨਹਾਰ। ਹਾਲਤ ਪਲਤ ਕੇ ਰਖਿਅਕ ਸਤਿਗੁਰੂ ਗਰੀਬ ਨਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਸੱਜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ। ਸਨਿਮਰ ਗੁਰ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਹੋਏ ਮਨੁੱਖਾ ਜਨਮ ਦੇ ਅਮੋਲਕ ਸਵਾਸ ਗੁਰੂ ਚਰਨਾਂ ਵਿੱਚ ਲੀਨ ਹੋ ਕਰਕੇ ਸਫਲ ਬਣਾ ਰਹੇ ਹੋ। ਲੜੀਵਾਰ ਗੁਰ ਇਤਿਹਾਸ ਦਾ ਸਮਾਂ ਹੋਇਆ। ਆਓ ਕੁਝ ਸਮਾਂ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ। ਕੱਲ੍ਹ ਦੇ ਦੀਵਾਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਜਿਸ ਵਕਤ ਪਤਾ ਲੱਗਾ ਕਿ ਦੁਨੀ ਚੰਦ ਭੱਜ ਗਿਆ ਹੈ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਜਿਤਨੇ ਸਤਿਗੁਰਾਂ ਦੇ ਸਨਮੁਖ ਸਿੰਘ ਖਲੋਤੇ ਸਨ ਮਹਾਰਾਜ ਨੇ ਸਾਰਿਆਂ ਉੱਪਰ ਕਿਰਪਾ ਭਰੀ ਨਿਗਾਹ ਦੇ ਨਾਲ ਵੇਖਣਾ ਕੀਤਾ। ਅਖੀਰ ਜਿਹੜੇ 25 ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਲੰਗੇ ਦੇ ਆਲੇ ਦੁਆਲੇ
ਜਦੋਂ ਮਹਾਰਾਜ ਆਰਾਮ ਕਰਿਆ ਕਰਦੇ ਸਨ ਕਲਗੀਧਰ ਪਾਤਸ਼ਾਹ, ਤਾਂ ਜਿਹੜੇ 25 ਵਿਸ਼ੇਸ਼ ਸਿੰਘ ਪਹਿਰੇਦਾਰੀ ਕਰਿਆ ਕਰਦੇ ਸਨ, ਉਹਨਾਂ 25 ਸਿੰਘਾਂ ਦੇ ਵਿੱਚੋਂ ਰਾਜਪੂਤ ਮਹਾਨ ਬਲੀ ਭਾਈ ਬਚਿੱਤਰ ਸਿੰਘ ਦੇ ਉੱਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨਿਗਾਹ ਆ ਰੁਕੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਭਾਈ ਬਚਿੱਤਰ ਸਿੰਘ ਜੀ ਦੇ ਤਾਈਂ ਬਚਨ ਕੀਤਾ, ਬਚਿੱਤਰ ਸਿੰਘ ਜੀ, ਮਸਤ ਹਾਥੀ ਦਾ ਮੁਕਾਬਲਾ ਹੁਣ ਤੁਸੀਂ ਕਰੋਗੇ। ਜੇ ਉਹ ਹਾਥੀ ਹੈ ਤੇ ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਸ਼ੇਰ ਹੈ। ਸ਼ੇਰ ਦੀਆਂ ਦਾੜਾਂ ਹੁੰਦੀਆਂ ਨੇ, ਅਸੀਂ ਇੱਕ ਐਸਾ ਨੇਜਾ ਤੈਨੂੰ ਬਖਸ਼ਾਂਗੇ, ਉਹ ਨੇਜਾ ਦਾੜਾਂ ਹੋਣਗੀਆਂ ਤੇਰੀਆਂ। ਐਸਾ ਵਾਰ ਉਸ ਮਸਤ ਹਾਥੀ ਦੇ ਮੱਥੇ ਵਿੱਚ ਕਰੀ, ਤੇਰੇ ਵੱਲ ਆਵੇਗਾ ਨਹੀਂ, ਵਾਪਸ ਉਹਨਾਂ ਪਹਾੜੀਆਂ ਦੀ ਫੌਜ ਵੱਲ ਦੌੜ ਜਾਵੇਗਾ, ਭੱਜ ਜਾਵੇਗਾ। ਕਲਗੀਧਰ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਦੇ ਉੱਪਰ ਚਮਕ ਆਈ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਤੇ ਝੁਕ ਕੇ ਨਮਸਕਾਰ ਕੀਤੀ, ਪਾਤਸ਼ਾਹ ਮੈਂ ਵਡਭਾਗਾ ਹਾਂ, ਤੁਸੀਂ ਮੈਨੂੰ ਇੰਨੇ ਲਾਇਕ ਸਮਝਿਆ। ਮਹਾਰਾਜ ਮੈਂ ਤੁਹਾਡਾ ਹੁਕਮ ਮੰਨ ਕੇ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਜਾਵਾਂਗਾ, ਤੁਸੀਂ ਬਲ ਬਖਸ਼ਿਓ, ਮਿਹਰ ਭਰਿਆ ਹੱਥ ਰੱਖਿਓ। ਪਰ ਮਹਾਰਾਜ ਮੈਂ ਇਹ ਨਹੀਂ ਜਾਣਦਾ ਕਿ ਉਸ ਮਸਤ ਹਾਥੀ ਦਾ ਮੁਕਾਬਲਾ ਕਰਦਿਆਂ ਕਰਦਿਆਂ ਮੈਂ ਸ਼ਹੀਦ ਹੋ ਜਾਵਾਂ ਜਾਂ ਜਿਉਂਦਾ ਵਾਪਸ ਆਵਾਂ। ਇਹਦਾ ਮਹਾਰਾਜ ਆਪ ਹੀ ਜਾਣਦੇ ਹੋ, ਪਰ ਜਿੰਨਾ ਕੁ ਬਲ ਜਿੰਨੀ ਕੁ ਬੁੱਧੀ ਬਖਸ਼ੋਗੇ ਮਹਾਰਾਜ, ਮੈਂ ਉਸ ਮਸਤ ਹਾਥੀ ਤਾਂ ਕੀ ਕੇਸਰੀ ਚੰਦ ਦਾ ਤੁਹਾਡੀ ਕਿਰਪਾ ਹੋਵੇ ਤੇ ਜਿਹੜਾ ਸਵਰਗਾਂ 'ਚ ਐਰਾਵਤ ਨਾਮੇ ਹਾਥੀ ਸੁਣਿਆ ਜਾਂਦਾ ਹੈ, ਮਹਾਰਾਜ ਉਹਦਾ ਵੀ ਮੁਕਾਬਲਾ ਕਰ ਲਊਂ। ਪਾਤਸ਼ਾਹ ਪ੍ਰਸੰਨ ਹੋਏ ਤੇ 2 ਨੇਜੇ ਮਹਾਰਾਜ ਨੇ ਆਪਣੇ ਸ਼ਾਸਤਰਖਾਨੇ ਵਿੱਚੋਂ ਮੰਗਵਾਏ, ਜਿਨ੍ਹਾਂ ਦੀ 17,000 ਇੱਕ ਬਰਛੇ ਦੀ ਕੀਮਤ ਹੈ। ਉਹਨਾਂ ਇੱਕ ਨੇਜੇ ਵਿੱਚੋਂ ਇੱਕ ਬਰਛਾ ਦੋਹਾਂ ਵਿੱਚੋਂ ਕਲਗੀਧਰ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਸੌਂਪਿਆ ਤੇ ਥਾਪੜਾ ਦਿੱਤਾ ਹੈ। ਇੱਥੋਂ ਤੱਕ ਦੇ ਵਿਚਾਰ ਕੱਲ ਦੇ ਦੀਵਾਨ ਅੰਦਰ ਸਰਵਣ ਕੀਤੀ ਸੀ। ਆਓ ਜਿਸ ਤਰੀਕੇ ਨਾਲ ਅੱਗੋਂ ਗੁਰ ਕਾ ਇਤਿਹਾਸ ਆ ਰਿਹਾ ਹੈ, ਬੜੇ ਪ੍ਰੇਮ ਨਾਲ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰਵਣ ਕਰਨਾ ਕਰੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ ਬਖਸ਼ਿਓ ਬਲ ਵਿਸ਼ਾਲ ਕਲਗੀਧਰ, ਵੱਧ ਗਇਓ ਮਨ ਉਤਸਾਹੂ। ਭਾਈ ਬਚਿੱਤਰ ਸਿੰਘ ਦੇ ਤਾਈਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਬਲ ਬਖਸ਼ਣਾ ਕੀਤਾ, ਆਪਣੇ ਕਿਰਪਾ ਰੂਪੀ ਹੱਥ ਰੱਖ ਕੇ ਉਹਦੇ ਸੀਸ ਉੱਪਰ। ਇੰਨਾ ਬਲ ਪਾ ਕਰਕੇ ਭਾਈ ਬਚਿੱਤਰ ਸਿੰਘ ਦੇ ਮਨ ਵਿੱਚ ਬੜਾ ਉਤਸ਼ਾਹ ਵੱਧ ਗਿਆ ਜੰਗ ਲੜਨ ਦਾ। ਕਿੰਨਾ ਕੁ ਬਲ ਵੱਧ ਗਿਆ ਹੈ, ਜਿਹੜਾ ਕੇਸਰੀ ਚੰਦ ਦਾ ਹਾਥੀ ਹੈ, ਉਸ ਹਾਥੀ ਨੂੰ ਭਾਈ ਬਚਿੱਤਰ ਸਿੰਘ ਨੇ ਮਨ ਵਿੱਚ ਪਪੀਲਕਾ ਨਾਮ ਹੈ ਕੀੜੀ ਦੇ ਸਮਾਨ ਇੱਕ ਨਿੱਕਾ ਜਿਹਾ ਜੀਵ ਸਮਝ ਲਿਆ ਹੈ ਤੇ ਮਨ ਅੰਦਰ ਵਿਚਾਰਾਂ ਕਰਦਾ, ਮੈਂ ਤੁਰਤ ਛੇਤੀ ਨਾਲ ਉਸ ਮਸਤ ਹਾਥੀ ਨੂੰ ਮੈਦਾਨੇ ਜੰਗ ਵਿੱਚ ਮਾਰ ਦੇਵਾਂਗਾ। ਪ੍ਰਮੋਦ ਦਾ ਅਰਥ ਹੈ ਆਨੰਦ, ਖੁਸ਼ੀ। ਭਾਈ ਬਚਿੱਤਰ ਸਿੰਘ ਦੇ ਮਨ ਅੰਦਰ ਖੁਸ਼ੀ ਵਧੀ ਹੈ, ਬਾਣੀ ਗਦ ਹੋ ਗਈ ਹੈ। ਪਰ ਉਹ ਚਰਨ ਗੁਰ ਆਗੇ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਉੱਪਰ ਝੁਕ ਗਿਆ, ਮੱਥਾ ਟੇਕਿਆ ਦੁਬਾਰਾ। ਕਲਗੀਧਰ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੇ ਜਦੋਂ ਸੀਸ ਝੁਕਾਇਆ ਤੇ ਆਪਣਾ ਥਾਪੜਾ ਦਿੱਤਾ ਭਾਈ ਬਚਿੱਤਰ ਸਿੰਘ ਨੂੰ ਤੇ ਉਠਾਇਆ ਆਪਣੀਆਂ ਬਾਹਾਂ ਦੇ ਨਾਲ। ਮਹਾਰਾਜ ਨੇ ਬਚਨ ਕੀਤਾ ਤੋਰਨ ਲੱਗਿਆ, ਭਾਈ ਬਚਿੱਤਰ ਸਿੰਘ ਜੀ, ਅਨੁਰਾਗੇ ਦਾ ਅਰਥ ਹੈ ਪ੍ਰੇਮ ਨਾਲ, ਉਤਸ਼ਾਹ ਨਾਲ ਜਾ ਕੇ ਮਸਤ ਹਾਥੀ ਦਾ ਮੁਕਾਬਲਾ ਕਰੋ। ਭਾਈ ਬਚਿੱਤਰ ਸਿੰਘ ਨੇ ਤੁਰਨ ਲੱਗਿਆ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ 4 ਪ੍ਰਦਰਸ਼ਨਾਂ ਕੀਤੀਆਂ ਨੇ। ਚਾਰ ਪ੍ਰਦਰਸ਼ਨਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਕਰਕੇ ਜਿਤਨੇ ਸਿੰਘ
ਭਾਈ ਬਚਿੱਤਰ ਸਿੰਘ ਦੇ ਨਾਲ ਰਹਿੰਦੇ ਸਨ, ਕਲਗੀਧਰ ਪਾਤਸ਼ਾਹ ਦੇ ਨਾਲ ਰਹਿੰਦੇ ਸਨ। ਸਾਰਿਆਂ ਤਾਈਂ ਭਾਈ ਬਚਿੱਤਰ ਸਿੰਘ ਜੀ ਨੇ ਫਤਿਹ ਬੁਲਾਈ ਹੈ। ਸਾਰੇ ਸਿੰਘਾਂ ਨੇ, ਸਾਰੇ ਖਾਲਸੇ ਨੇ ਵੇਖਿਆ ਕਿ ਭਾਈ ਬਚਿੱਤਰ ਸਿੰਘ ਫਤਿਹ ਬੁਲਾ ਕਰਕੇ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਅੱਗੇ ਲੱਗ ਕੇ ਤੁਰ ਪਿਆ ਹੈ, ਤਾਂ ਉਸ ਵਕਤ ਆਸ ਪਰ ਦ੍ਰਿਸ਼ਟ ਚਲਾਈ ਭਾਈ ਬਚਿੱਤਰ ਸਿੰਘ ਜੀ ਨੇ ਆਪਦੇ ਘੋੜੇ ਉੱਪਰ ਨਜ਼ਰ ਮਾਰੀ, ਜਿਹੜੇ ਘੋੜੇ ਤੇ ਚੜ੍ਹ ਕੇ ਜਾਣਾ, ਅਸਵਾਰ ਹੋਣਾ। ਭਾਈ ਬਚਿੱਤਰ ਸਿੰਘ ਜੀ ਨੇ ਆਪਣੀ ਸ਼ਾਹ ਅਸਵਾਰੀ ਘੋੜੇ ਨੂੰ ਵੀ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਘੋੜੇ ਨੂੰ ਵੀ ਨਮਸਕਾਰ ਕਰਕੇ ਭਾਈ ਬਚਿੱਤਰ ਸਿੰਘ ਨੇ ਘੋੜੇ ਦੀ ਰਕਾਬ ਤੇ ਆਪਦਾ ਚਰਨ ਟਿਕਾਇਆ ਅਸਵਾਰ ਹੋਣ ਵਾਸਤੇ, ਤੇ ਜਿਹੜਾ ਹੱਥ 'ਚ ਬਰਛਾ ਪਕੜਿਆ ਉਸ ਬਰਛੇ ਨੂੰ ਹੁਲਾਰਾ ਦਿੰਦਾ, ਹਿਲਾਉਂਦਾ ਹੈ। ਘੋੜੇ ਤੇ ਅਸਵਾਰ ਹੋ ਗਿਆ, ਇੱਕ ਹੱਥ ਵਿੱਚ ਬਰਛਾ ਹੈ, ਦੂਜੇ ਹੱਥ ਵਿੱਚ ਉਸ ਘੋੜੇ ਦੀ ਲਗਾਮ ਪਕੜਨਾ ਕੀਤੀ ਹੈ ਭਾਈ ਬਚਿੱਤਰ ਸਿੰਘ ਜੀ ਨੇ। ਤੁਰਨ ਲੱਗਿਆਂ ਕਲਗੀਧਰ ਪਾਤਸ਼ਾਹ ਨੂੰ ਧਿਆ ਕੇ ਉਸ ਮਸਤ ਹਾਥੀ ਦੇ ਵੱਲ ਨੂੰ ਤੁਰ ਪਿਆ। ਜਦੋਂ ਭਾਈ ਬਚਿੱਤਰ ਸਿੰਘ ਜੀ ਥਾਪੜਾ ਲੈ ਕੇ ਤੁਰ ਪਏ, ਇੱਧਰੋਂ ਦਸ਼ਮੇਸ਼ ਪਾਤਸ਼ਾਹ ਆਪਣੇ ਪਿਆਰੇ ਦਾ ਜੰਗ ਵੇਖਣ ਵਾਸਤੇ ਇੱਕ ਉੱਚੇ ਸਾਰੇ ਦਮਦਮੇ ਦੇ ਉੱਪਰ, ਇੱਕ ਉੱਚੇ ਸਾਰੇ ਚਬੂਤਰੇ ਥੜੇ ਦੇ ਉੱਪਰ ਜਾ ਕੇ ਟਿਕੇ ਹਨ। ਤਮਾਸ਼ਾ ਵੇਖਣ ਵਾਸਤੇ ਜੰਗ ਦਾ ਕਿ ਭਾਈ ਬਚਿੱਤਰ ਸਿੰਘ ਕੀ ਰੰਗ ਲਾਊਗਾ, ਕਿਸ ਤਰ੍ਹਾਂ ਉਹਦੇ ਨਾਲ ਮੁਕਾਬਲਾ ਕਰੂਗਾ, ਕਿਸ ਤਰ੍ਹਾਂ ਉਸ ਕੂੜੇ ਝੂਠੇ ਹਾਥੀ ਦਾ ਮੁਕਾਬਲਾ ਕਰੇਗਾ। ਇੱਧਰੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਭਾਈ ਬਚਿੱਤਰ ਸਿੰਘ ਜੀ ਦਾ ਜੰਗ ਵੇਖਣ ਵਾਸਤੇ ਨਾਮਵਰ ਸਿੰਘ ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਜੀ, ਇਹ ਵੀ ਸਤਿਗੁਰਾਂ ਦੇ ਪਾਸ ਬੈਠੇ ਹੋਏ ਨੇ ਦਮਦਮੇ ਦੇ ਉੱਪਰ, ਥੜੇ ਦੇ ਉੱਪਰ। ਜਿਸ ਤਰੀਕੇ ਦੇ ਨਾਲ ਕਲਗੀਧਰ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆ ਕੇ ਬਚਨ ਕਰਦੇ ਹੈ, ਇਹ ਭਾਈ ਉਦੈ ਸਿੰਘ ਤੇ ਭਾਈ ਆਲਮ ਸਿੰਘ ਸਤਿਗੁਰਾਂ ਦੇ ਬਚਨਾਂ ਦਾ ਸਨਮਾਨ ਕਰਦੇ, ਭਾਵ ਖਿੜੇ ਮੱਥੇ ਮੰਨਣ ਵਾਲੇ ਸਿੰਘ ਹਨ। ਇੱਧਰੋਂ ਜਿਹੜੇ ਸਮੂਹ ਸ਼ਤਰੂ ਸਨ, ਦੁਸ਼ਮਣ ਸਨ ਨਾ, ਉਹਨਾਂ ਨੇ ਲੋਹਗੜ੍ਹ ਦੇ ਕਿਲੇ ਵੱਲ ਆਪਦੀ ਨਿਗਾਹ ਮਾਰਨਾ ਕੀਤੀ ਵੀ ਅੱਜ ਇਹ ਲੋਹਗੜ੍ਹ ਦਾ ਕਿਲਾ ਅਸੀਂ ਢਾਹ ਦੇਣਾ, ਜਿੱਤ ਪ੍ਰਾਪਤ ਕਰ ਲੈਣੀ ਹੈ। ਪਹਾੜੀਆਂ ਦੇ ਵੱਲੋਂ ਬਹੁਤ ਢੋਲ, ਦੁੰਦਬ, ਨਗਾਰੇ, ਰਣ ਸਿੰਘੇ, ਇਹਨਾਂ ਤੇ ਚੋਟਾਂ ਮਾਰੀਆਂ ਗਈਆਂ ਨੇ। ਬਹੁਤ ਜ਼ਿਆਦਾ ਨਾਦ, ਬਹੁਤ ਜ਼ਿਆਦਾ ਆਵਾਜ਼ ਉੱਠ ਰਹੀ ਹੈ। ਇਹਨਾਂ ਪਹਾੜੀਆਂ ਨੇ ਗੱਜ ਹਾਥੀ ਜਿਹੜਾ ਲੋਹਗੜ੍ਹ ਦੇ ਕਿਲੇ ਵੱਲ ਤੋਰਨਾ, ਉਹਨੂੰ ਐਨ ਚੰਗੇ ਤਰੀਕੇ ਨਾਲ ਰੀਝ ਨਾਲ ਸ਼ਿੰਗਾਰਿਆ ਤੇ ਪੱਕੇ ਲੋਹੇ ਦੇ ਨਾਲ ਸਾਰਾ ਸਰੀਰ ਆਛਾਦਾ ਢੱਕਣਾ ਕੀਤਾ ਹੈ। ਉਹ ਹਾਥੀ ਆਪਣੀ ਸੁੰਡ ਨੂੰ ਇੱਧਰ ਉੱਧਰ ਘੁਮਾਉਂਦਾ, ਜਿਸ ਸੁੰਡ ਦੇ ਨਾਲ ਭਾਈ ਸੰਤੋਖ ਸਿੰਘ ਫਰਮਾਉਂਦੇ ਇੱਕ ਲੰਬੀ ਸਾਰੀ ਸੈਫ ਤਲਵਾਰ ਬੰਨੀ ਹੋਈ ਹੈ, ਤੇ ਜਦੋਂ ਹਾਥੀ ਆਪਦੀ ਸੁੰਡ ਨੂੰ ਇੱਧਰ ਉੱਧਰ ਪ੍ਰੇਰਦਾ ਤੇ ਸੁੰਡ ਦੇ ਨਾਲ ਵੱਜੀ ਹੋਈ ਸੈਫ ਤਲਵਾਰ ਉਹ ਚਮਕਾ ਮਾਰਦੀ ਹੈ। ਉਸ ਮਸਤ ਹਾਥੀ ਦੇ ਨਾਲ 1 ਲੱਖ ਗਿਣਤੀ ਦੇ ਵਿੱਚ ਪਹਾੜੀਆਂ ਦੀ ਫੌਜ ਚੱਲ ਪਈ ਹੈ। 1 ਲੱਖ ਤੇ 57,000, ਤਕਰੀਬਨ 1.5 ਲੱਖ ਫੌਜ ਹਾਥੀ ਦੇ ਨਾਲ ਲੋਹਗੜ੍ਹ ਦੇ ਕਿਲੇ ਵੱਲ ਜਾਣ ਵਾਸਤੇ ਤਿਆਰ ਹੋ ਗਈ ਹੈ। ਕੇਸਰੀ ਚੰਦ ਰਾਜੇ ਨੇ ਹਾਥੀ ਅਤੇ 1,57,000 ਫੌਜ ਆਪਣੇ ਨਾਲ ਲਈ ਹੈ ਤੇ ਲੋਹਗੜ੍ਹ ਦੇ ਕਿਲੇ ਉੱਪਰ ਹੱਲਾ ਕਰਨ ਵਾਸਤੇ ਤਿਆਰ ਹੋ ਗਿਆ ਹੈ। ਬਹੁਤ ਜ਼ਿਆਦਾ ਵਾਜੇ ਮਾਰੂ ਨਾਦ ਵੱਜਦੇ ਪਏ ਆ, ਧੌਂਸੇ ਨਗਾਰੇ, ਭੇਰਾ ਭੇਰੀਆਂ ਸ਼ਹਿਨਾਈਆਂ, ਡਫ ਜਿਹਦੇ ਇੱਕ ਪਾਸੇ ਚਮੜਾ ਬੰਨਿਆ ਹੁੰਦਾ, ਢੋਲ
ਐਸੇ ਸਾਰੇ ਮਾਰੂ ਨਾਦ ਮੈਦਾਨੇ ਜੰਗ ਅੰਦਰ ਵੱਜਣ ਲੱਗੇ ਹਨ। ਪਠੈ ਬਾਂਸਰੀ ਬਜੀ ਨਫੀਰੀ ਭਟ ਉਮੜੇ ਹਿਤ ਹੋਹੰ। ਬਾਂਸੁਰੀਆਂ ਨਫੀਰੀਆਂ ਤੁਰਰੀਆਂ ਇਹ ਬਹੁਤ ਵੱਜਦੀਆਂ ਪਈਆਂ ਨੇ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਭੱਟ ਸੂਰਮਿਆਂ ਦੇ ਅੰਦਰ ਲੜ ਮਰਨ ਦਾ ਚਾਉ ਪੈਦਾ ਹੁੰਦਾ ਹੈ। ਮਾਰ ਮਾਰ ਕੇ ਰੌਰ ਪਰਿਓ ਵੱਡ ਤੂਮਰ ਲਏ ਹਜ਼ਾਰਾਂ। ਇਸ ਤਰ੍ਹਾਂ ਮਾਰ ਲੋ ਕਹਿੰਦੇ ਨੇ ਪਹਾੜੀਏ ਆਪਸ ਵਿੱਚ, ਬੜਾ ਰੌਲਾ ਪੈਦਾ ਹੋ ਗਿਆ। ਤੋਮਰ ਲਏ ਹਜ਼ਾਰਾਂ, 1.5 ਲੱਖ ਦੇ ਵਿੱਚੋਂ ਹਜ਼ਾਰਾਂ ਹੀ ਸਿਪਾਹੀਆਂ ਨੇ ਤੋਮਰ ਬਰਛੇ ਫੜਨਾ ਕੀਤੇ ਹੱਥਾਂ ਵਿੱਚ। ਖੜਗ ਤਲਵਾਰ ਸਿਪਰ ਢਾਲਾਂ ਲੈ ਕੇ ਪਹਾੜੀਏ ਫਾਂਦਣ ਛਾਲਾਂ ਮਾਰਦੇ ਨੇ। ਤੜ ਭੜ ਤੁਪਕ ਉਦਾਰਾ ਤੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਚੱਲਣ ਨਾਲ ਤੜ ਭੜ ਦੀ ਆਵਾਜ਼ ਪੈਦਾ ਹੁੰਦੀ ਹੈ। ਇਧਰੋਂ ਕੇਸਰੀ ਚੰਦ ਰਾਜੇ ਨੇ ਸਾਰੀ ਫੌਜ ਤੋਂ ਅੱਗੇ ਹੋ ਕਰਕੇ ਆਪਣਾ ਘੋੜਾ ਫੰਧਾਉਣਾ ਕੀਤਾ ਹੈ। ਇਸ ਕੇਸਰੀ ਚੰਦ ਨੇ ਆਪਦੀ ਸਫਤ ਸਹੁੰ ਚੇਤੇ ਕੀਤੀ, ਜਿਹੜੀ ਸਹੁੰ ਇਹਨੇ 22 ਧਾਰ ਦੇ ਰਾਜਿਆਂ ਵਿੱਚ ਖਾਧੀ ਸੀ। ਕੀ ਸਹੁੰ ਖਾਧੀ ਸੀ ਕਿ ਅੱਜ ਮੈਂ ਇਸ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜ ਦੇਵਾਂਗਾ। ਜਦੋਂ ਇਧਰੋਂ ਕੇਸਰੀ ਚੰਦ ਸਾਰੀ ਫੌਜ ਦੇ ਅੱਗੇ ਹੋ ਕੇ ਆਪਦੇ ਘੋੜੇ ਨੂੰ ਨਚਾਉਂਦਾ ਪਿਆ, ਉਧਰੋਂ ਸਤਿਗੁਰਾਂ ਦੇ ਪਾਸ ਬੈਠੇ ਹੋਏ ਭਾਈ ਆਲਮ ਸਿੰਘ ਜੀ ਨੇ ਇਸ ਕੇਸਰੀ ਚੰਦ ਵੱਲ ਵੇਖ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਦੱਸਿਆ, ਮਹਾਰਾਜ ਇਹ ਆ ਜਸਵਾਲ ਦਾ ਰਾਜਾ ਕੇਸਰੀ ਚੰਦ, ਜਿਹੜਾ ਸਾਰੀ ਸੈਨਾ ਤੋਂ ਅੱਗੇ ਹੋ ਕੇ ਤੇ ਹਾਥੀ ਨੂੰ ਤਿਆਰ ਕਰਕੇ ਲੋਹਗੜ੍ਹ ਦੇ ਕਿਲੇ ਵਿੱਚ ਲਿਆਉਣ ਵਾਲਾ ਹੈ। ਇਹ ਜਸਵਾਲ ਦਾ ਰਾਜਾ ਕੇਸਰੀ ਚੰਦ ਹੈ। ਭਾਈ ਆਲਮ ਸਿੰਘ ਦੱਸਦਾ ਪਿਆ, ਕਲਗੀਧਰ ਪਾਤਸ਼ਾਹ ਜੀਓ ਇਹ ਆਪਣਾ ਮਹਾਨ ਵੱਡਾ ਸ਼ਤਰੂ ਦੁਸ਼ਮਣ ਹੈ, ਜਿਹਦੇ ਹਿਰਦੇ ਵਿੱਚ ਬੜਾ ਹੰਕਾਰ ਹੈ। ਤੇ ਇਸ ਕੇਸਰੀ ਚੰਦ ਨੇ ਸਾਰੇ ਰਾਜਿਆਂ ਵਿੱਚ ਸਫਤ ਸਹੁੰ ਚੁੱਕਣਾ ਕੀਤੀ ਹੈ, ਕਸਮ ਖਾਧੀ ਹੈ। ਮਹਾਰਾਜ ਜੇ ਕਿਤੇ ਉਸ ਮਸਤ ਹਾਥੀ ਦੇ ਨਾਲ ਭਾਈ ਆਲਮ ਸਿੰਘ ਕਹਿੰਦਾ, ਮਹਾਰਾਜ ਜੇ ਮਸਤ ਹਾਥੀ ਦੇ ਨਾਲ ਕਿਤੇ ਇਸ ਕੇਸਰੀ ਚੰਦ ਦਾ ਵੀ ਅੱਜ ਦੇ ਦਿਨ ਭੋਗ ਪੈ ਜਾਵੇ ਨਾ, ਕਿਤੇ ਇਹਦਾ ਵੀ ਕੋਈ ਮੁਕਾਬਲਾ ਕਰ ਦੇਵੇ, ਤਾਂ ਇਹਦੀ ਮੌਤ ਨਾਲ, ਇਸ ਕੇਸਰੀ ਚੰਦ ਦੇ ਮਰਨ ਨਾਲ 22 ਧਾਰ ਦੇ ਰਾਜਿਆਂ ਦਾ ਹੌਸਲਾ ਟੁੱਟ ਜਾਊਗਾ। ਭਾਈ ਆਲਮ ਸਿੰਘ ਨੇ ਆਖਿਆ, ਕਲਗੀਧਰ ਪਾਤਸ਼ਾਹ ਜੀਓ ਜਿੱਦਾਂ ਭਾਈ ਬਚਿੱਤਰ ਸਿੰਘ ਤੇ ਕਿਰਪਾ ਕਰਕੇ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਤੋਰਿਆ, ਤੁਹਾਡਾ ਕੀ ਜਾਣਾ, ਤੁਸੀਂ ਤੇ ਮਿਹਰ ਦੀ ਨਿਗਾਹ ਕਰਨੀ, ਇੱਕ ਤੇ ਹੋਰ ਕਰ ਦਿਓ ਤੇ ਇਸ ਕੇਸਰੀ ਚੰਦ ਦੇ ਨਾਲ ਯੁੱਧ ਕਰਨ ਵਾਸਤੇ ਇੱਕ ਹੋਰ ਸਿੰਘ ਤਿਆਰ ਕਰ ਦਿਓ, ਹਾਥੀ ਦੇ ਨਾਲ ਇਸ ਕੇਸਰੀ ਚੰਦ ਦਾ ਵੀ ਭੋਗ ਹੀ ਪੈ ਜਾਵੇ। ਮਹਾਰਾਜ ਜਿਹੜਾ ਹੋਰ ਕਾਰਜ ਹੈ, ਬਸ ਜਿਹੜਾ ਕੇਂਦਰ ਹੈ ਨਾ, ਇਹਨਾਂ ਦੋਹਾਂ ਤੇ ਰੱਖੋ, ਇੱਕ ਮਸਤ ਹਾਥੀ ਤੇ ਇੱਕ ਕੇਸਰੀ ਚੰਦ ਤੇ, ਜਿਹੜਾ ਬਾਕੀ ਸਾਰਾ ਜੰਗ ਹੈ ਉਹ ਆਪਾਂ ਰੋਕ ਦੇਣਾ ਕਰੀਏ। ਮਹਾਰਾਜ ਜੇ ਕਿਤੇ ਉਦਮ ਕਰਕੇ ਕੇਸਰੀ ਚੰਦ ਰਾਜੇ ਨੂੰ ਮੈਦਾਨੇ ਜੰਗ ਵਿੱਚ ਮਾਰ ਦਈਏ ਨਾ, ਤਾਂ ਇਹ ਸਾਰੇ ਦੁਸ਼ਮਣ ਆਪਣੇ ਨਿਰਬਲ ਕਮਜ਼ੋਰ ਪੈ ਜਾਣਗੇ, ਕਿਉਂਕਿ ਪੁੱਠੀਆਂ ਸਿੱਧੀਆਂ ਸਲਾਹਾਂ ਦੇਣ ਵਾਲਾ ਤੇ ਕੇਸਰੀ ਚੰਦ ਹੀ ਹੈ। ਇਹਨੂੰ ਮਾਰ ਦਿੱਤਾ ਤੇ 22 ਧਾਰ ਦੇ ਰਾਜੇ ਕਮਜ਼ੋਰ ਪੈ ਜਾਣਗੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਭਾਈ ਆਲਮ ਸਿੰਘ ਦੇ ਇਹ ਬੋਲ ਸੁਣੇ, ਮਹਾਰਾਜ ਨੇ ਪ੍ਰਸੰਨ ਹੋ ਕਰਕੇ ਬਚਨ ਕੀਤਾ, ਭਾਈ ਆਲਮ ਸਿਆਂ ਬਚਨ ਤੇ ਬੜਾ ਚੰਗਾ ਕੀਤਾ ਹੈ। ਮਹਾਰਾਜ ਨੇ ਬਚਨ ਕੀਤਾ, ਜਿਸ ਤਰ੍ਹਾਂ ਭਾਈ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਗਿਆ ਹੈ, ਕਿਤੇ ਕੋਈ ਉੱਦਾਂ ਹੀ ਇੱਕ ਹੋਰ ਸਿੰਘ ਇਸ ਕੇਸਰੀ ਚੰਦ ਦਾ ਮੁਕਾਬਲਾ ਕਰਨ ਵਾਸਤੇ ਜਾਵੇ ਖਾਂ ਤੇ ਜਾ ਕੇ ਕੇਸਰੀ ਚੰਦ ਦਾ ਸਿਰ ਵੱਢ ਕੇ ਸਾਡੇ ਕੋਲ ਲੈ ਕੇ ਆਵੇ, ਨਿਰਭੈ ਹੋ ਕੇ ਜੰਗ ਲੜੇ ਤਲਵਾਰ ਦੇ ਨਾਲ।
ਮਹਾਰਾਜ ਨੇ ਬਚਨ ਕੀਤਾ ਸਿੰਘਾਂ ਵੱਲ ਵੇਖ ਕੇ। ਮਹਾਰਾਜ ਕੀ ਬਚਨ ਕਰਦੇ? ਕੋਈ ਹੈ ਇੱਦਾਂ ਦਾ ਜਿਹੜਾ ਸਾਡੇ ਬਚਨਾਂ ਤੇ ਬਹੁਤਾ ਵਿਸ਼ਵਾਸ ਧਾਰ ਕੇ ਤੇ ਕੇਸਰੀ ਚੰਦ ਨਾਲ ਜੰਗ ਲੜਨ ਦਾ ਉਤਸ਼ਾਹ ਧਾਰ ਕੇ ਸਾਡੇ ਚਰਨਾਂ ਤੇ ਮੱਥਾ ਟੇਕੇ। ਮੱਥਾ ਉਹੋ ਹੀ ਟੇਕੇ ਜਿਹੜਾ ਕੇਸਰੀ ਚੰਦ ਦਾ ਮੁਕਾਬਲਾ ਕਰਨ ਵਾਸਤੇ ਜਾਊ। ਕੋਈ ਹੈ ਇੱਦਾਂ ਦਾ ਜਿਹਨੂੰ ਸਾਡੇ ਬਚਨਾਂ ਤੇ ਵਿਸ਼ਵਾਸ ਹੈ, ਭਰੋਸਾ ਹੈ? ਮਹਾਰਾਜ ਨੇ ਇੱਕ ਵਾਰ, ਦੋ ਵਾਰ, ਜਦੋਂ ਤੀਜੀ ਵਾਰ ਇੱਦਾਂ ਬਚਨ ਆਖਿਆ ਨਾ, ਕੋਈ ਹੈ ਜਿਹਨੂੰ ਸਾਡੇ ਬਚਨਾਂ ਤੇ ਵਿਸ਼ਵਾਸ ਹੈ, ਤਾਂ ਸਤਿਗੁਰਾਂ ਦੇ ਤੀਜੀ ਵਾਰ ਬਚਨ ਸੁਣ ਕੇ ਮਹਾਨ ਯੋਧੇ ਭਾਈ ਉਦੈ ਸਿੰਘ ਜੀ ਨੇ ਤਦੋਂ ਹੱਥ ਜੋੜ ਕੇ ਬੇਨਤੀ ਕੀਤੀ ਹੈ। ਭਾਈ ਉਦੈ ਸਿੰਘ ਹੱਥ ਜੋੜ ਕੇ ਨੀਵੀਂ ਪਾ ਕੇ ਸਤਿਗੁਰਾਂ ਦੇ ਸਨਮੁਖ ਖਲੋ ਗਿਆ ਤੇ ਬੇਨਤੀ ਕਰਨ ਲੱਗਾ, ਮਹਾਰਾਜ ਆਪਣੇ ਦਾਸ ਉੱਪਰ ਭਾਵ ਮੇਰੇ ਉੱਪਰ ਕਿਰਪਾ ਕਰੋ ਕਿ ਮੈਂ ਉਸ ਰਿਪ ਦੁਸ਼ਮਣ ਦੇ ਨਾਲ ਕੇਸਰੀ ਚੰਦ ਨਾਲ ਜਾ ਕੇ ਜੰਗ ਲੜਾਂ। ਮਹਾਰਾਜ ਮੈਦਾਨੇ ਜੰਗ ਅੰਦਰ ਮਾਤ ਲੋਕ ਅੰਦਰ ਮਾਰਨਾ ਤੇ ਬੜਾ ਸੌਖਾ ਹੈ। ਜੇ ਕੇਸਰੀ ਚੰਦ ਡਰ ਕੇ ਆਕਾਸ਼ ਵੱਲ ਦੌੜੇਗਾ ਨਾ, ਸਵਰਗਾਂ ਵੱਲ ਵੀ ਦੌੜ ਜਾਊਗਾ ਤੇ ਮੈਂ ਉਥੋਂ ਵੀ ਫੜ ਕੇ ਲੈ ਆਊਂ ਧੂ ਕੇ। ਮਹਾਰਾਜ ਜਿੱਥੇ ਮਰਜੀ ਭੱਜ ਲਵੇ, ਤੁਹਾਡੇ ਬਚਨਾਂ ਤੇ ਇੰਨਾ ਭਰੋਸਾ ਹੈ, ਜੇ ਕਿਤੇ ਇਹ ਆਪਦੀਆਂ ਪਹਾੜੀਆਂ ਦੇ ਕਿਲਿਆਂ 'ਚ ਜਾ ਕੇ ਵੀ ਲੁਕ ਜਾਊਗਾ ਨਾ, ਉੱਥੇ ਵੀ ਇਹਦੇ ਪ੍ਰਾਣ ਮੈਂ ਜਿਉਂਦੇ ਨਾ ਛੱਡੂੰਗਾ, ਤੁਹਾਡਾ ਬਚਨ ਤੇ ਪੂਰਾ ਕਰਕੇ ਮੁੜਾਂਗਾ। ਮਹਾਰਾਜ ਮੈਂ ਕਿਸੇ ਹੋਰ ਤੇ ਆਪਦੇ ਸ਼ਸਤਰ ਦਾ ਵਾਰ ਨਹੀਂ ਕਰੂੰਗਾ, ਕੱਲਾ ਮੇਰਾ ਨਿਸ਼ਾਨਾ ਕੇਸਰੀ ਚੰਦ ਹੀ ਹੋਵੇਗਾ, ਮੈਂ ਸਿੱਧਾ ਉਹਦੇ ਪਾਸ ਹੀ ਪਹੁੰਚਾਂਗਾ ਮੈਦਾਨੇ ਜੰਗ ਅੰਦਰ। ਮੈਂ ਬਾਕੀ ਦੀਆਂ ਨਿੱਕੀਆਂ ਮੋਟੀਆਂ ਸੈਨਾ ਤੋਂ ਕੀ ਲੈਣਾ, ਜਿਹੜੀ 1,57,000 ਚੜ੍ਹ ਕੇ ਆਊਗੀ ਮੇਰੇ ਵੱਲੋਂ, ਉਹ ਜਿੱਥੇ ਮਰਜ਼ੀ ਤੁਰੇ ਫਿਰਨ, ਮੈਂ ਸਿੱਧਾ ਆਪਦਾ ਘੋੜਾ ਕੇਸਰੀ ਚੰਦ ਦੇ ਪਾਸ ਜਾ ਕੇ ਖਲਿਆਰਨਾ। ਮਹਾਰਾਜ ਆਪਣਾ ਪ੍ਰਤਾਪ ਤੇਜ ਬਖਸ਼ਣਾ ਕਰੋ ਕਿ ਮੈਂ ਕਰਾ ਚੋਲ ਨਾਲ ਆਪਦੀ ਤਲਵਾਰ ਨਾਲ ਉਸ ਕੇਸਰੀ ਚੰਦ ਦਾ ਸੀਸ ਧੜ ਨਾਲੋਂ ਵੱਖ ਕਰਕੇ ਤੁਹਾਡੇ ਬੋਲ ਪੂਰੇ ਕਰ ਸਕਾਂ। ਮਹਾਰਾਜ ਨੂੰ ਭਾਈ ਉਦੈ ਸਿੰਘ ਕਹਿਣ ਲੱਗਾ, ਇਹ ਕੇਸਰੀ ਚੰਦ ਜਿੱਥੇ ਕਿੱਥੇ ਆਪਣੇ ਨਾਲ ਲੜਨ ਲੱਗ ਪੈਂਦਾ, ਅੜਨ ਲੱਗ ਪੈਂਦਾ, ਮੂਰਖ ਹੈ। ਇਹਨੂੰ ਅਜੇ ਤੱਕ ਜੰਗ ਦੀ ਹਵਾ ਨਹੀਂ ਲੱਗੀ, ਇਹ ਬਾਤਾਂ ਦੂਰੋਂ ਦੂਰੋਂ ਬਣਾਉਣ ਵਾਲਾ। ਜਿੰਨੇ ਜੰਗ ਹੋਏ ਆ ਇਹ ਪਿਛਾਂ ਖੜ ਕੇ ਹਵਾ ਦੇ ਵਿੱਚ ਤੀਰ ਚਲਾਉਣ ਵਾਲਾ ਹੈ ਨਹੀਂ ਇਹਦੇ ਪੱਲੇ ਕੱਖ। ਮਹਾਰਾਜ ਅਜੇ ਤੱਕ ਜੰਗ ਦੀ ਹਵਾ ਨਹੀਂ ਲੱਗੀ, ਅੱਜ ਆ ਹੀ ਲੈਣ ਦਿਓ ਇਹਨੂੰ। ਮਹਾਰਾਜ ਅੱਜ ਇਹ ਕੂੜ ਝੂਠਾ ਖੋਟੇ ਭਾਗਾਂ ਵਾਲਾ ਬੇਮੁਖ ਕੇਸਰੀ ਚੰਦ ਆਪਣੇ ਅਗਲੇ ਪਿਛਲੇ ਸਾਰੇ ਦਿਨਾਂ ਦਾ ਫਲ ਪ੍ਰਾਪਤ ਕਰ ਲਊ, ਜਿਹੜੇ ਦਿਨਾਂ ਵਿੱਚ ਇਹਨੇ ਗੁਰੂ ਘਰ ਦੇ ਨਾਲ ਵੈਰ ਕਰਮਾਇਆ। ਕਲਗੀਧਰ ਬਾਦਸ਼ਾਹ ਮਹਾਰਾਜ ਭਾਈ ਉਦੈ ਸਿੰਘ ਤੋਂ ਇਹ ਬੋਲ ਸੁਣ ਕਰਕੇ ਪ੍ਰਸੰਨ ਹੋਏ ਹੈ। ਜਿਹੜੇ ਤਬੇਲੇ ਦੇ ਵਿੱਚ ਬੜੇ ਬਲਵਾਨ ਘੋੜੇ ਮਹਾਰਾਜ ਨੇ ਬੰਨੇ ਸਨ, ਉਹਨਾਂ ਘੋੜਿਆਂ ਨੂੰ ਕਾਠੀਆਂ ਪਵਾ ਕਰਕੇ ਕਲਗੀਧਰ ਬਾਦਸ਼ਾਹ ਨੇ ਕੋਲ ਮੰਗਵਾਏ। ਉਹ ਘੋੜੇ ਵਧੀਆ ਕਿਸਮ ਦੇ, ਚੰਗੇ, ਬਹੁਮੋਲਕ। ਤੇ ਭਾਈ ਉਦੈ ਸਿੰਘ ਨੂੰ ਆਖਿਆ, ਭਾਈ ਉਦੈ ਸਿੰਘ ਜਿਹੜਾ ਘੋੜਾ ਤੈਨੂੰ ਪਸੰਦ ਹੈ, ਚਾਹੀਦਾ, ਇਹਨਾਂ ਘੋੜਿਆਂ ਦੇ ਵਿੱਚੋਂ ਚੁਣ ਲੈਣਾ ਕਰ। ਤੇ ਬੜੀ ਦੀਰਘ ਭਾਰੀ ਖੜਗ ਤਲਵਾਰ ਆਪਣੇ ਸ਼ਸਤਰ ਵਾਲੇ ਖਜ਼ਾਨੇ ਵਿੱਚੋਂ ਬਖਸ਼ਣਾ ਕੀਤੀ। ਫੁਲਾਦੀ ਕਿਸਮ ਦੀ ਬੜੀ ਕਰਾਰਾ ਸਖਤ ਤਲਵਾਰ ਹੈ। ਮਹਾਰਾਜ ਕਹਿਣ ਲੱਗੇ, ਇਹ ਐਸੀ ਤਲਵਾਰ ਹੈ ਜੇ ਕਿਤੇ ਬਲ ਦੇ ਨਾਲ ਵਾਰ ਕੀਤਾ ਹੋਵੇ ਨਾ ਜ਼ੋਰ ਨਾਲ, ਤਾਂ ਲੋਹੇ ਨੂੰ ਵੀ ਕੱਟ ਦਿੰਦੀ ਹੈ, ਤੇ ਦੁਸ਼ਮਣ ਦੀ ਧੌਣੇ ਦੇ ਸਾਹਮਣੇ ਕੀ ਹੈ। ਇੱਕ ਤੇ ਕਲਗੀਧਰ ਬਾਦਸ਼ਾਹ ਨੇ ਤਲਵਾਰ ਬਖਸ਼ਤੀ, ਤੇ ਇੱਕ ਉਹ ਨੇਜਾ, ਦੋ ਨੇਜੇ ਮਹਾਰਾਜ ਨੇ ਮੰਗਵਾਏ ਸੀ ਨਾ, ਇੱਕ ਤੇ ਭਾਈ ਬਚਿੱਤਰ ਸਿੰਘ ਨੂੰ ਬਖਸ਼ਤਾ ਸੀ, ਤੇ ਦੂਜਾ ਜਿਹੜਾ ਨੇਜਾ ਬਖਸ਼ਿਆ ਸੀ, ਬਚਿਆ ਸੀ,
ਉਹ ਭਾਈ ਉਦੈ ਸਿੰਘ ਨੂੰ ਬਖਸ਼ ਦਿੱਤਾ। ਇੱਕ ਤਲਵਾਰ ਤੇ ਇੱਕ ਨੇਜਾ ਬਖਸ਼ ਦਿੱਤਾ ਕਲਗੀਧਰ ਪਾਤਸ਼ਾਹ ਨੇ। ਜਿਸ ਵਕਤ ਭਾਈ ਉਦੈ ਸਿੰਘ ਨੇ ਉਹ ਨੇਜਾ ਤੇ ਤਲਵਾਰ ਪਕੜ ਲੈਣਾ ਕੀਤੀ ਹੈ ਸਤਿਗੁਰਾਂ ਤੋਂ, ਤਾਂ ਭਾਈ ਉਦੈ ਸਿੰਘ ਦੇ ਹਿਰਦੇ ਵਿੱਚ ਬੜਾ ਬਲ ਤੇ ਜੰਗ ਲੜਨ ਦਾ ਉਤਸ਼ਾਹ ਵੱਧ ਗਿਆ, ਸਰੀਰ 'ਚ ਜ਼ੋਰ ਵੱਧ ਗਿਆ ਗੁਰੂ ਦੇ ਪ੍ਰਤਾਪ ਸਦਕਾ। ਭਾਈ ਉਦੈ ਸਿੰਘ ਨੇ ਉਹ ਤਲਵਾਰ ਆਪਣੇ ਲੱਕ ਦੇ ਨਾਲ ਬੰਨ੍ਹ ਲੈਣਾ ਕੀਤੀ ਹੈ, ਢਾਲਾ ਢਾਲ ਜਿਹੜੀ ਉਹ ਵੀ ਸਜਾ ਲੈਣਾ ਕੀਤੀ, ਤੇ ਤੋਮਰ ਬਰਛਾ ਆਪਣੇ ਹੱਥ ਵਿੱਚ ਪਕੜ ਲੈਣਾ ਕੀਤਾ ਹੈ। ਜਿਸ ਵਕਤ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਪ੍ਰਦਛਨਾ ਕਰਕੇ ਭਾਈ ਉਦੈ ਸਿੰਘ ਜੀ ਨੇ ਸਿਰ ਝੁਕਾਇਆ, ਮਹਾਰਾਜ ਨੇ ਸਿਦਕ ਬਖਸ਼ਣਾ ਕੀਤਾ ਭਾਈ ਉਦੈ ਸਿੰਘ ਤਾਈਂ। ਉਹਨਾਂ ਪਹਾੜੀਆਂ ਦੀ ਸਮੂਹ ਫੌਜ ਜਾਣ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਤਿਗੁਰਾਂ ਦੇ ਪਾਸ ਬੇਅੰਤ ਸਿੰਘ ਆਏ। ਜਦੋਂ ਵੇਖਿਆ ਸਾਹਮਣੇ ਉਹ 1.5 ਲੱਖ ਦੇ ਤਕਰੀਬਨ ਫੌਜ ਚੜ੍ਹ ਕੇ ਆ ਰਹੀ, ਮਹਾਰਾਜ ਦੇ ਪਾਸੋਂ ਤੁਪਕ ਬੰਦੂਕਾਂ, ਤਮਾਚੇ ਲੈ ਕਰਕੇ, ਪਿਸਟਲ, ਚਾਂਪ ਧਨੁਸ਼ ਲੈ ਕਰਕੇ, ਤੀਰ ਲੈ ਕਰਕੇ, ਤਿੱਖੇ ਤਿੱਖੇ ਹੱਥਾਂ 'ਚ ਪਕੜ ਕੇ ਲੋਹਗੜ੍ਹ ਦੇ ਕਿਲੇ ਵੱਲ ਸਿੰਘ ਦੌੜੇ ਜਾਂਦੇ ਹਨ। ਸਿੰਘ ਇੱਕ ਦੂਜੇ ਨੂੰ ਆਖਦੇ, ਅੱਜ ਜਿਹੜਾ ਭੇੜ ਹੋਣਾ ਨਾ, ਜੰਗ ਹੋਣਾ, ਇਹਦੇ ਵਿੱਚ ਓੜਕ ਅੰਤ ਹੋ ਜਾਵੇਗਾ। ਗੁਰਪ੍ਰਤਾਪ ਤੇ ਮਾਰੇ ਅਸੀਂ ਕਲਗੀਧਰ ਪਾਤਸ਼ਾਹ ਦੇ ਤੇਜ ਪ੍ਰਤਾਪ ਸਦਕਾ ਦੁਸ਼ਮਣ ਨੂੰ ਚਨੇ ਚਬਾਉਣਾ ਕਰਾਂਗੇ। ਸਿੰਘਾਂ 'ਚ ਇੰਨਾ ਕੁ ਆਤਮ ਵਿਸ਼ਵਾਸ ਹੈ, ਕਹਿਣ ਲੱਗੇ ਕੀ ਹੋ ਗਿਆ? ਜੇ ਅਨੀ ਘਣੀ, ਅਨੀ ਦਾ ਅਰਥ ਫੌਜ, ਘਣੀ ਦਾ ਅਰਥ ਹੈ ਬਹੁਤ ਜ਼ਿਆਦਾ, ਕੀ ਹੋ ਗਿਆ ਜੇ ਉਹਨਾਂ ਦੀ ਫੌਜ ਪਹਾੜੀਆਂ ਦੀ ਵੱਧ ਹੈ ਗਿਣਤੀ ਵਿੱਚ, ਫਿਰ ਵੀ ਉਹ ਲੜ ਕੇ ਸਾਡੇ ਨਾਲ ਮੂਰਖ ਹਾਰ ਜਾਣਗੇ। ਇੱਧਰੋਂ ਦੋਨੋਂ ਹੀ ਦੀਰਘ ਭਾਰੀ ਤਕੜੇ ਤਕੜੇ ਸੂਰਮੇ ਭਾਈ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਭਾਈ ਉਦੈ ਸਿੰਘ ਕੇਸਰੀ ਚੰਦ ਦਾ ਮੁਕਾਬਲਾ ਕਰਨ ਵਾਸਤੇ ਚੱਲ ਪਏ ਨੇ, ਤੇ ਹੋਰ ਬਾਕੀ ਜਿਤਨੇ ਸੂਰਮੇ ਸਨ ਜੰਗ ਦੇ ਲੜਨ ਵਾਸਤੇ ਚੱਲ ਪਏ ਨੇ। ਜਿੱਥੇ ਜਿੱਥੇ ਇਹਨਾਂ ਨੇ ਮੋਰਚੇ ਬਣਾਏ ਸਨ, ਸਿੰਘਾਂ ਨੇ ਆਪੋ ਆਪਣੇ ਮੋਰਚਿਆਂ ਤੇ ਕਾਇਮ ਹੋ ਗਏ ਹਨ। ਬਹੁਤ ਜ਼ਿਆਦਾ ਰੌਲਾ ਦੋਨਾਂ ਦਿਸ਼ਾਵਾਂ ਤੋਂ ਪੈਣ ਲੱਗ ਪਿਆ। ਹੁਣ ਕੇਸਰੀ ਚੰਦ ਨੇ ਤਿਆਰੀ ਪੂਰੀ ਕਰ ਲਈ, ਚਾਹੁੰਦਾ ਹਾਥੀ ਨੂੰ ਲੋਹਗੜ੍ਹ ਦੇ ਕਿਲੇ ਵੱਲ ਢੋਣਾ ਕਰਾਂ, ਭਾਵ ਹੱਕਣਾ ਕਰਾਂ, ਤੋਰਨਾ ਕਰਾਂ। ਇੱਧਰੋਂ ਦੋਨੋਂ ਹੀ ਸਿੰਘ ਘੋੜਿਆਂ ਤੇ ਅਸਵਾਰ ਹੋ ਕੇ ਚੱਲ ਪਏ ਹਨ। ਜਾ ਕਰਕੇ ਇਹਨਾਂ ਦੋਨਾਂ ਸਿੰਘਾਂ ਨੇ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੱਕਣਾ ਕੀਤਾ। ਭਾਈ ਨਾਰ ਸਿੰਘ ਬੜਾ ਤਕੜਾ ਗੁਰੂ ਕਾ ਸੂਰਮਾ ਜਰਨੈਲ ਹੈ। ਇਹ ਲੋਹਗੜ੍ਹ ਦੇ ਕਿਲੇ ਵਿੱਚ ਆਪਦੇ ਨਾਲ ਹੋਰ ਬਹੁਤੇ ਸਿੰਘਾਂ ਨੂੰ ਲੈ ਕੇ ਨਾ ਭਾਈ ਨਾਰ ਸਿੰਘ ਲੋਹਗੜ੍ਹ ਦੇ ਕਿਲੇ ਅੰਦਰ ਟਿਕ ਗਿਆ ਕਿ ਜੇ ਕਿਤੇ ਹਾਥੀ ਅੰਦਰ ਅੜ ਗਿਆ, ਅੰਦਰ ਆ ਗਿਆ, ਤੇ ਅਸੀਂ ਅੰਦਰੋਂ ਮੁਕਾਬਲਾ ਕਰਾਂਗੇ। ਬਹੁਤ ਜ਼ਿਆਦਾ ਲੱਕੜ ਦੀਆਂ ਪ੍ਰਿਸ਼ਟਾਂ ਬੰਦੂਕਾਂ ਹੱਥਾਂ 'ਚ ਸੰਭਾਲਣਾ ਕੀਤੀਆਂ। ਦੋ ਦੋ ਗੋਲੀਆਂ ਉਹਨਾਂ ਬੰਦੂਕਾਂ 'ਚ ਭਰ ਕੇ ਸਿੰਘ ਐਨ ਤਿਆਰ ਹੋ ਕੇ ਖਲੋਤੇ ਹਨ। ਜਿਹੜਾ ਵੀ ਵੈਰੀ ਸਾਹਮਣੇ ਆਉਂਦਾ ਵੇਖਦੇ ਆ, ਉਸ ਦੁਸ਼ਮਣ ਨੂੰ ਤੱਕ ਕੇ ਗੋਲੀਆਂ ਚਲਾਉਂਦੇ ਹਨ। ਇਸ ਤਰ੍ਹਾਂ ਵੀਰ ਸੂਰਮਿਆਂ ਦੇ ਵਿੱਚ ਬੜਾ ਉਤਸ਼ਾਹ ਵੱਧਦਾ ਪਿਆ ਹੈ। ਬੇਨਤੀਆਂ ਕਰਦੇ, ਮਹਾਰਾਜ ਆਪਦੇ ਖਾਲਸੇ ਦੀ ਆਪ ਹੀ ਰੱਖਿਆ ਕਰੋ। ਤੇ ਕਲਗੀਧਰ ਪਾਤਸ਼ਾਹ ਦਾ ਨਾਮ ਲੈ ਕੇ ਇਹਨਾਂ ਸੂਰਮਿਆਂ ਨੇ ਆਪਦੇ ਚਿੱਤ ਅੰਦਰ ਜੈ ਦਾ ਜਿੱਤ ਪ੍ਰਾਪਤ ਕਰਨ ਦਾ ਚਾਉ ਵਧਾਉਣਾ ਕੀਤਾ। ਇਸ ਤਰੀਕੇ ਦੇ ਨਾਲ ਹੁਣ ਜੰਗ ਦੋਨਾਂ ਪਾਸਿਆਂ ਤੋਂ ਤਿਆਰ ਹੋ ਚੁੱਕਿਆ ਹੈ। ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ, ਕੇਸਰੀ ਚੰਦ ਅਤੇ
ਉਹ ਸਾਥੀ ਦਾ ਮੁਕਾਬਲਾ ਕਰਨ ਵਾਸਤੇ ਤੁਰ ਪਏ ਆ। ਮੈਦਾਨੇ ਜੰਗ ਅੰਦਰ ਪਹੁੰਚ ਗਏ ਹਨ। ਦੋਨਾਂ ਦੇ ਵਿੱਚ ਆਪਸੀ ਟਕਰਾਅ ਕੈਸਾ ਹੋਵੇਗਾ, ਕੈਸਾ ਘਮਸਾਣ ਦਾ ਯੁੱਧ ਤੇ ਕੈਸੇ ਦਾ ਦੋਨਾਂ ਪਾਸਿਆਂ ਤੋਂ ਜਰਨੈਲ ਕਰਕੇ ਵਿਖਾਉਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਇੱਥੇ ਸਮੇਂ ਅਤੇ ਪ੍ਰਸੰਗ ਦੀ ਸਮਾਪਤੀ ਵਿਚਾਰ ਕਰਦਿਆਂ ਤੁੱਛ ਬੁੱਧੀ ਨਾਲ ਭੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹਨ। ਵਿਚਾਰ ਕਰਦਿਆਂ ਤੋਂ ਅੱਗੇ ਵਾਸਤੇ ਸਮਤ ਬਖਸ਼ਿਓ। ਦੋ ਪੰਕਤੀਆਂ ਪਰ ਕਰਕੇ ਸਮਾਪਤੀ ਹੈ। ਸ਼੍ਰੀ ਪ੍ਰਭ ਹੋਵੈ ਰਚਿਆ ਕਰ ਭਾਰੀ, ਨਾਮ ਸੋ ਲੀਜੈ ਜੈ ਰਣਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।